ਲਓ ਸੱਜਣੋ ਤੇ ਮਿੱਤਰੋ, ਫੈਸਲਾਬਾਦ ਦੇ ਵਿੱਚ ਬੜੇ ਅਫਸੋਸਨਾਕ ਵਾਕਿਆ ਪੇਸ਼ ਆਉਂਦੇ ਪਏ ਨੇ। ਜਿੱਦਾਂ ਕਿ ਤੁਸੀਂ ਦੇਖਿਆ ਕਿ ਤਾਜਰ ਜਿਹੜੇ ਚੰਗੇ ਭਲੇ ਕਰੋੜਾਂਪਤੀ ਜਿਹੜੇ ਤਾਜਰ ਆ, ਆਪਣੇ ਆਪ ਨੂੰ ਗੋਲੀਆਂ ਮਾਰ ਕੇ ਕਤਲ ਕਰ ਰਹੇ ਆ, ਆਪਣੀ ਫੈਮਿਲੀ ਨੂੰ ਕਤਲ ਕਰਕੇ ਖੁਦਕੁਸ਼ੀਆਂ ਕਰ ਰਹੇ ਆ। ਇਹੋ ਜਿਹੇ ਵਾਕਿਆ ਫੈਸਲਾਬਾਦ ਦੇ ਵਿੱਚ ਕਿਉਂ ਰੋਨਮਾ ਹੋ ਰਹੇ ਨੇ? ਸਾਡੇ ਨਾਲ ਅਬਦੁਲ ਰਹਿਮਾਨ ਭਾਈ ਮੌਜੂਦ ਨੇ, ਕਿਉਂਕਿ ਇਹਨਾਂ ਨੇ ਕਵਰ ਵੀ ਕੀਤਾ ਔਰ ਤਾਜਰਾਂ ਨਾਲ ਅਕਸਰ ਇਹ ਬੈਠਦੇ ਉੱਠਦੇ ਰਹਿੰਦੇ ਨੇ। ਤੇ अस्सलाम वालेकुम रहमान भाई। वालेकुम सलाम। अच्छा रहमान भाई, थोड़ा जिहा दस्सिओ कि जिद्दां कि पिछे एक ताजर साहब जिन्हें कि अपनी पूरी फैमिली ਨੂੰ ਛੋਟੇ ਬੱਚੇ ਤੋਂ ਲੈ ਕੇ ਵੱਡਿਆਂ ਤੱਕ ਗੋਲੀਆਂ ਮਾਰ ਕੇ 7 ਬੰਦਿਆਂ ਨੂੰ ਕਤਲ ਕੀਤਾ ਤੇ ਆਪ ਨਾਲ ਸਮੇਤ 7 ਹੋ ਗਏ। ਤੇ ਕੱਲ ਵੀ ਇੱਕ ਤਾਜਰ ਜਿੰਨੇ ਕਿ ਕੋਈ ਗੋਲੀਆਂ ਵਗੈਰਾ ਖਾ ਕੇ ਹੋਟਲ ਦੇ ਵਿੱਚ ਜਾ ਕੇ ਮਤਲਬ ਖੁਦਕੁਸ਼ੀ ਉਹਨੇ ਕਰ ਲਈ। ਇਹੋ ਜਿਹੇ ਵਾਕਿਆਤ ਰਹਿਮਾਨ ਭਾਈ ਕਿਉਂ ਹੋ ਰਹੇ ਨੇ? ਕੀ ਇਹੋ ਜਿਹਾ ਫੈਸਲਾਬਾਦ ਦੇ ਵਿੱਚ ਹੋ ਗਿਆ? शुक्रिया मौजम, तुसां एक बड़े अहम अवामी इशू ਨੂੰ एक ऐसे इशू ਨੂੰ हाईलाइट ਕੀਤਾ ਜਿਹੜਾ ਬੜਾ ਹਸਾਸ ਹੈ, ਜਿਹਦੇ ਨਾਲ ਲੋਕਾਂ ਦੀ ਬੜੀ ਦਿਲਚਸਪੀ ਵੀ ਜੁੜੀ ਹੈ। ਤਾਜਰਾਂ ਦੀ ਵੀ ਦੇਖ ਕੇ ਮੈਨੂੰ ਸਵੇਰ ਨਾ ਕਾਲ ਆਈ ਥੋੜੀ ਹਬੀਬ ਗੁੱਜਰ ਸਾਬਕ ਚੇਅਰਮੈਨ ਐਪਟਮਾ ਦੇ ਆ ਜੀ ਜੀ, ਉਹ ਦੱਸ ਰਹੇ ਸਨ ਕਿ ਮਸਲੇ ਦੋ ਤਰ੍ਹਾਂ ਦੇ ਹੈ। ਜੇ ਇਹ ਸਿਰਫ ਤਾਜਰਾਂ ਦੀ ਗੱਲ ਕਰੀਏ ਜਾਂ ਓਵਰਆਲ ਤਾਜਰਾਂ ਦੀ ਗੱਲ ਕਰੀਏ, ਜੇ ਸਿਰਫ ਇਹਨਾਂ ਦੀ ਗੱਲ ਕਰੀਏ ਤੇ ਇਹਨਾਂ ਤੇ ਥੋੜੇ ਬਹੁਤ ਕਰਜ਼ੇ ਵੀ ਸੀ, ਤਨਖਾਹਾਂ ਵੀ ਪੈਂਡਿੰਗ ਸੀ। ਜਿਸ ਤਰ੍ਹਾਂ ਆਡੀਓ ਹੀ ਤੁਸੀਂ ਲੀਕ ਹੋਈ ਸੁਣੀ ਹੋਏਗੀ, ਉਹ ਆਂਦਾ ਸੀ ਕਿ ਜਿਹੜਾ ਮੇਰੀ ਭੈਣ ਦੇ ਪੈਸੇ ਇਨਵੈਸਟ ਕੀਤੇ ਸੀ ਨਾ, ਉਹ ਤੇ ਮੈਨੂੰ ਵਾਪਸ ਦੇ ਦਿਓ, ਤਨਖਾਹ ਤੇ ਨਹੀਂ ਦੇ ਰਹੇ। ਇਸੇ ਤਰ੍ਹਾਂ ਜਿਹੜਾ ਪਿਛਲਾ ਤਾਜਰ ਸੀ ਜਿਹੜਾ ਕਰਜ਼ੋਈ ਸੀ ਤੇ ਮੀਆਂ ਦਰੀਸ ਹੋਣਾ ਨਾਲ ਵੀ ਕੰਮ ਕਰਦਾ ਸੀ, ਬਿਲਕੁਲ ਵੱਡਾ ਬ੍ਰਾਂਡ ਜਿਹੜਾ 17 ਕੈਮੀਕਲ। ਇੱਥੋਂ ਤੁਸੀਂ ਹਿਸਾਬ ਲਾਓ ਕਿ ਫੈਸਲਾਬਾਦ 'ਚ ਹੋ ਕੀ ਰਿਹਾ। ਐਕਚੁਅਲ 'ਚ ਸੂਤਰ ਮੰਡੀ ਜਿਹੜੀ ਹੈ ਕਿ ਉਹ ਸਭ ਤੋਂ ਵੱਡੀ ਸੱਟਾ ਮੰਡੀ ਬਣੀ ਹੋਈ ਹੈ। ਉਹਦੇ 'ਚ ਜਿਹੜੇ ਵੱਡੇ ਗਰੁੱਪ ਆ ਉਹ ਛੋਟੇ ਗਰੁੱਪਾਂ ਨੂੰ ਲੁੱਟ ਰਹੇ ਹੈ ਤੇ ਛੋਟੇ ਗਰੁੱਪਾਂ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਆਪਣਾ ਕੰਮ ਚਲਾਈਏ। ਦੋ ਚੀਜ਼ਾਂ, ਨੰਬਰ 1 ਤੇ ਤਾਜਰ ਸਾਡੇ ਭਰਾ ਜਿਹੜੇ ਆ ਨਾ, ਕੁਝ ਤਾਜਰ ਸਾਰੇ ਨਹੀਂ, ਉਹ ਆਪਣੀ ਚਾਦਰ ਤੋਂ ਜ਼ਿਆਦਾ ਆਪਣਾ ਪੈਰ ਫੈਲਾ ਲੈਂਦੇ ਆ। ਬਿਲਕੁਲ ਪੈਸੇ ਘੱਟ ਹੁੰਦੇ ਆ, ਗੱਡੀ ਵੀ ਲੈ ਲੈਂਦੇ ਆ ਕਿਸ਼ਤਾਂ ਤੇ, ਬੈਂਕ ਚੋਂ ਉਧਾਰੀ ਲੈ ਲੈਂਦੇ ਆ, ਫਿਰ ਇਸ ਤਰ੍ਹਾਂ ਕਰਦੇ ਆ ਕਿ ਘਰ ਵੀ ਵੱਡਾ ਬਣਾ ਲੈਂਦੇ ਆ, ਆਪਣਾ ਲੈਵਿਸ਼ ਲਾਈਫ ਸਟਾਈਲ ਬਣਾ ਲੈਂਦੇ ਆ। ਚਨਾਬ ਕਲੱਬ ਦੀ ਕਰੋੜ ਦੀ ਮੈਂਬਰਸ਼ਿਪ ਵੀ ਲੈ ਲਈ। ਓਵਰਆਲ ਮੈਂ ਗੱਲ ਕਰ ਰਿਹਾ, ਉਹਨਾਂ ਦੀ ਨਹੀਂ ਗੱਲ ਕਰ ਰਿਹਾ। ਬਿਲਕੁਲ। ਹੁਣ ਮਸਲਾ ਇਹ ਹੈ ਕਿ ਉਹ ਸਾਰੀਆਂ ਜਗ੍ਹਾ ਤੇ ਪੈਸੇ ਲੱਗਣੇ ਆ। ਕਾਰੋਬਾਰੀ ਹਾਲਾਤ ਪਿਛਲੇ 2-2.5 ਸਾਲ ਤੋਂ ਬੜੇ ਮਾੜੇ ਜਾ ਰਹੇ ਆ। ਫਿਰ ਬੰਦੇ ਕੀ ਕਰਦੇ ਕਿ ਪਿੱਛੋਂ 220 ਦਾ ਕੱਪੜਾ ਲਿਆਇਆ ਨਾ, ਤੂੰ 200 ਦਾ ਅੱਗੇ ਵੇਚਦਾ ਕੈਸ਼, 220 ਦਾ ਉਧਾਰ ਲਿਆ, 200 ਦਾ ਕੈਸ਼ ਵੇਚ ਕੇ ਨੁਕਸਾਨ ਘਾਟੇ ਦੇ ਵਿੱਚ ਆਪਣੀ ਲੋੜ ਪੂਰੀ ਕਰ ਲਈ। ਅੱਛਾ, ਤੁਸੀਂ ਦੇਖਿਆ ਹੋਣਾ ਬੋਲੀ ਦੀਆਂ ਕਮੇਟੀਆਂ ਵੀ ਚੱਲਦੀਆਂ। ਬਿਲਕੁਲ 30 ਲੱਖ ਦੀ ਕਮੇਟੀ ਹੈ ਤੇ ਉਹ 18 ਲੱਖ 'ਚ ਵੀ ਲੋਕ ਲੈ ਲੈਂਦੇ। ਬਿਲਕੁਲ ਇਦਾਂ ਹੀ ਪੂਰੀ ਮਿਲ ਜਾਂਦੀ ਹੈ। 18 ਲੱਖ ਖਰਚ ਲਿਆ, ਵਾਪਸ 30 ਲੱਖ ਕਰਨਾ, ਯਾਨੀ ਕਿ 12 ਲੱਖ ਦਾ ਘਾਟਾ ਤੁਸੀਂ ਖਾ ਲਿਆ 1.5 ਸਾਲ 'ਚ। ਪਤਾ ਨਹੀਂ ਉਹਦੇ ਤੇ ਤੁਹਾਨੂੰ ਮੁਨਾਫਾ ਹੋਣਾ ਕਿ ਨਹੀਂ ਹੋਣਾ, ਉਹ ਕਿਸਮਤ ਨੂੰ ਪਤਾ ਹੈ, ਅੱਲਾ ਨੂੰ ਪਤਾ ਹੈ, ਜਾਂ ਜਿਹੜਾ ਨਾ ਉਹ ਤੁਹਾਡੀ ਮਿਹਨਤ ਹੈ ਕੀ ਬਣਦੀ ਹੈ। ਲੇਕਿਨ ਤੁਸੀਂ 12 ਲੱਖ ਦਾ ਘਾਟਾ ਖਾ ਬੈਠੇ ਆਪਣੇ ਵੱਲੋਂ। 12 ਲੱਖ ਮੁਨਾਫਾ ਹੋਏਗਾ ਤਾਂ ਵੀ ਤੁਸੀਂ ਕਮੇਟੀਆਂ ਦਾ ਹੀ ਦੇ ਛੱਡੇ। ਇਹਦਾ ਮਤਲਬ 24 ਲੱਖ ਮੁਨਾਫਾ ਹੋਵੇ ਤੇ ਤੁਹਾਡੀ ਗੁੰਜਾਇਸ਼। ਤੇ ਰਹਿਮਾਨ ਵੀ ਜਿਹੜੇ ਤਾਜਰ, ਤੁਹਾਨੂੰ ਪਤਾ ਕਿ ਫੈਸਲਾਬਾਦ ਗੜ੍ਹ ਵਾ, ਮਤਲਬ ਕਿ ਕੱਪੜੇ ਦੇ ਹਵਾਲੇ ਨਾਲ, ਮਤਲਬ ਹਰ ਸੰਤੀ ਸ਼ਹਿਰ ਆ। ਇਹਦੇ ਜਿਹੜੇ ਬਾਕੀ ਹੋਰ ਵੀ ਤਾਜਰ, ਕਈ ਇਹੋ ਜਿਹੇ ਮਜ਼ਦੂਰ ਵੀ ਹੋਣੇ ਆ, ਕਈ ਇਹੋ ਜਿਹੇ ਤਾਜਰ ਵੀ ਹੋਣੇ, ਜਿਹੜੇ ਬਿਜ਼ਨਸਮੈਨ ਵੀ ਹੋਣੇ ਆ। ਉਹਨਾਂ ਵਾਸਤੇ ਕੀ ਮੈਸੇਜ ਇਹੋ ਜਿਹਾ ਆਪਣਾ ਹੋਏਗਾ ਕਿ ਯਾਰ ਉਹ ਅਗਰ ਕੋਈ ਉਹ ਵੀ ਇਹੋ ਜਿਹੇ ਕੇਸਾਂ ਦੇ ਵਿੱਚ ਫਸੇ ਹੋਏ ਆ, ਜਾਂ ਇਹੋ ਜਿਹੇ ਉਹ ਮਤਲਬ ਆਪਣੇ ਡਿਪਰੈਸ਼ਨ ਵਿੱਚ ਆ, ਜਾਂ ਮਤਲਬ ਕਿ ਇਹੋ ਜਿਹੇ ਕੁਝ ਖੁਦਕੁਸ਼ੀ ਕਰਨਾ ਚਾਹੁੰਦੇ, ਜਾਂ ਕੁਝ ਇਹੋ ਜਿਹਾ ਸੋਚ ਰਹੇ ਹੋਣਗੇ, ਉਹਨਾਂ ਦੇ ਹਵਾਲੇ ਨਾਲ ਕੀ ਕਹਿ ਸਕਦੇ ਆਪਾਂ ਜਿਹੜੇ ਮਜ਼ੀਦ ਕੋਈ ਇਹੋ ਜਿਹਾ ਕੋਈ ਵਾਕਿਆ ਨਾ ਪੇਸ਼ ਹੋ ਜਾਵੇ? ਇੱਕ ਦੋ ਚੀਜ਼ਾਂ, ਇੱਕ ਤੇ ਦੋਸਤਾਂ ਦਾ ਫਰਜ਼ ਹੁੰਦਾ ਹੈ ਕਿ ਆਪਣੇ ਦੋਸਤਾਂ ਨੂੰ ਕ੍ਰਾਈਸਿਸ ਚੋਂ ਕੱਢਣਾ। ਬਿਲਕੁਲ, ਇਹ ਵੱਡੇ ਲੋਕਾਂ ਦਾ ਫਰਜ਼ ਹੈ, ਜਿਹੜੇ ਵੱਡੇ ਬਿਜ਼ਨਸਮੈਨ ਹੈ, ਕਿ ਛੋਟੇ ਜਿੰਨੇ ਵੀ ਕ੍ਰਾਈਸਿਸ 'ਚ ਹੈ ਨਾ, ਉਹਨਾਂ ਨੂੰ ਥੋੜਾ ਜਿਹਾ ਕੱਢਣ। ਗਵਰਨਮੈਂਟ ਦਾ ਫਰਜ਼ ਹੁੰਦਾ ਕਿ ਇਹਨਾਂ ਨੂੰ ਥੋੜਾ ਜਿਹਾ ਬੇਲ ਆਊਟ ਪੈਕੇਜ ਦੇਣ, ਇਹਨਾਂ ਨੂੰ ਕਰਜ਼ੇ ਦੇਣ। ਤੇ 30 ਨੰਬਰ ਤੇ ਜਿਹੜੇ ਡਿਪਰੈਸ਼ਨ 'ਚ ਮਾਯੂਸ ਹੈ, ਉਹਨਾਂ ਦੀ ਫੈਮਿਲੀਜ਼ ਦਾ, ਉਹਨਾਂ ਦੇ ਦੋਸਤਾਂ ਦਾ ਫਰਜ਼ ਹੈ ਕਿ ਉਹਨਾਂ ਨੂੰ ਗੱਲਾਂ ਬਾਤਾਂ 'ਚ ਉਹਨਾਂ ਦਾ ਦਿਲ ਬਹਿਲਾਉਣ। ਜਦੋਂ ਬੰਦਾ ਸੁਸਾਈਡਲ ਨੂੰ ਸੋਚਣਾ ਸ਼ੁਰੂ ਹੋ ਜਾਂਦਾ ਨਾ, ਫਿਰ ਉਹ ਜਿਹੜੀ ਮਜ਼ਹਬੀ ਤਾਲੀਮਾਤ ਨੂੰ ਭੁੱਲ ਜਾਂਦਾ, ਲੋਕਾਂ ਦੇ ਰਵੱਈਏ ਵੀ ਭੁੱਲ ਜਾਂਦਾ, ਤੇ ਮਹਿਜ਼ ਛੋਟੀ ਮੋਟੀ ਮੁਸ਼ਕਲਾਤ ਜਿਨ੍ਹਾਂ ਦਾ ਚਾਰਾ ਜਿਹੜਾ ਨਾ ਉਹ ਨਿਕਲ ਸਕਦਾ, ਅੱਲਾਹ ਤਾਲਾ ਦੇ ਹਜ਼ੂਰ ਦੁਆ ਕੀਤੀ ਜਾਏ ਤੇ ਮਾਯੂਸੀ ਨਾ ਫੈਲਾਈ ਜਾਏ, ਜਿਹੜਾ ਨਾ ਉਹਨਾਂ ਲੋਕਾਂ ਦੇ ਸਾਹਮਣੇ ਰਿਹਾ ਜਾਏ ਜਿਹੜੇ ਅੱਛੇ ਲੋਕ ਹੈ। ਇਹ ਸਾਰੇ ਮਸਲੇ ਹੱਲ ਹੋ ਸਕਦੇ ਤੇ ਜੇ ਉਹ ਪ੍ਰੋਪਰ ਮਾਰੇ ਨਫਸਿਆਤ को अपनी ट्रीटमेंट कराउन, अद्वियात यूज़ ਕਰਨ, ਅੱਛੇ ਲੋਕਾਂ ਨਾਲ ਰਹਿਣ, ਮਿਹਨਤ ਮਜ਼ੀਦ ਵਧਾ ਦੇਣ, ਬਿਲਕੁਲ ਕ੍ਰਾਈਸਿਸ ਤੋਂ ਨਿਕਲ ਸਕਦੇ। ਲਓ ਸੱਜਣੋ ਤੇ ਮਿੱਤਰੋ, ਤੁਸੀਂ ਵੇਖਿਆ ਕਿ ਬੜੇ ਅਫਸੋਸਨਾਕ ਵਾਕਿਆ ਫੈਸਲਾਬਾਦ ਦੇ ਵਿੱਚ ਆ ਰਹੇ ਨੇ, ਔਰ ਜਿਹੜੇ ਮਜ਼ੀਦ ਤਾਜਰ ਇਹੋ ਜਿਹੇ ਜਿਹੜੇ ਕਿ ਮਤਲਬ ਕਰਜ਼ਿਆਂ ਥੱਲੇ ਫਸੇ ਹੋਏ ਨੇ, ਜਾਂ ਮਤਲਬ ਤੁਸੀਂ ਕਿਸੇ ਬਿਜ਼ਨਸ ਵਿੱਚ ਘਾਟਾ ਤੁਹਾਨੂੰ ਆ ਗਿਆ, ਲੇਕਿਨ ਤੁਸੀਂ ਇਹੋ ਜਿਹਾ ਕੁਝ ਨਹੀਂ ਕਰਨਾ ਹੈਗਾ, ਤੁਸੀਂ ਕੋਈ ਖੁਦਕੁਸ਼ੀ ਨਹੀਂ ਕਰਨੀ, ਲੇਕਿਨ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਅੱਲਾਹ ਤਾਲਾ ਤੁਹਾਡੇ ਵਾਸਤੇ ਕੁਝ ਬਿਹਤਰੀ ਕਰੇਗਾ, ਔਰ ਇਨਸ਼ਾ ਅੱਲਾਹ ਤਾਲਾ ਤੁਸੀਂ ਬਿਹਤਰ ਜ਼ਰੂਰ ਹੋਵੋਗੇ।